अस्सलाम वालेकुम दोस्तों, मेरा नाम है मुदस्सिर रहमान और आप देख रहे हैं हमारा यूट्यूब चैनल मिस्टर सोलर। तो आज की ये जो वीडियो है इसमें हम आपको INVT की मुकम्मल प्रोग्रामिंग के बारे में बताएंगे। आप लोगों के अक्सर कमेंट्स हमें देखने को मिलते हैं कि आप एक ही वीडियो बनाएं जिसमें VFD की मुकम्मल प्रोग्रामिंग हो, उसके फॉल्ट्स हो और उनके सोल्यूशन पर बात करें। तो आज की वीडियो जो है हमने उस पर ही बनाई है, लेकिन आज की वीडियो थोड़ी सी डिफरेंट है। वो इसलिए क्योंकि आज की वीडियो जो है वो प्योरली पंजाबी में है और पंजाबी में हमारे साथ हमारे स्टूडेंट इरफान साहब मौजूद हैं, तो वो ज्यादा एक्सपर्ट पंजाबी में है। तो मैंने कहा कि आप जो है इस चीज को एक्सप्लेन करें। तो आज की वीडियो बहुत ज्यादा हमें मुकम्मल देखिएगा, इसमें हर पहलू को हमने शेयर किया है जो VFD की प्रोग्रामिंग के लिए होती है या फॉल्ट्स के रिलेटेड होती है। तो पंजाबी में है, आपको अगर जो है पंजाबी नहीं समझ आती तो आप इस वीडियो को वहीं पे लेफ्ट भी कर सकते हैं, लेकिन अगर आप पंजाबी में प्रोग्रामिंग को सीखना चाहते हैं तो आपके लिए बहुत ही कमाल की वीडियो है। तो चलिए शुरू करते हैं। अस्सलाम वालेकुम दोस्तों, मैं मोहम्मद इरफान खान और मेरे साथ मुदस्सिर रहमान साहब। आज मेरा वीडियो बनाने का मकसद मेन मकसद जिहड़ा इन्वर्टर दे आवन वाले जितने ही फॉल्ट हैं उतने मैं अपने बिरावां नूं शेयर करे सां, किस तरीके नाल फॉल्ट आंदे हैं और किस तरह इन्हां नूं फॉल्ट नूं दूर करना है, की मसला है, किस दी वजह तो आंदे हैं। और मेरे सर मुदस्सिर रहमान साहब जो प्रोफेसर हैं, जो सोलर का लेक्चरर हैं। इरफान साहब आपका ਤੇ ਅੱਜ ਅਸੀਂ ਕੋਸ਼ਿਸ਼ ਕਰਸਾਂ ਕਿ ਅਸੀਂ ਪੰਜਾਬੀ ਵਿੱਚ ਗੱਲ ਕਰੀਏ ਕਿ ਸਾਡੇ ਪੰਜਾਬੀ ਜਿਹੜੇ ਵੀਰਾਂ ਨੇ ਉਹਨਾਂ ਨੂੰ ਫਾਇਦਾ ਹੋ ਸਕੇ ਤੇ ਬਾਕੀ ਜਿਤਨੇ ਵੀ ਵੇਖਣ ਵਾਲੇ ਉਹਨਾਂ ਸਾਰਿਆਂ ਨੂੰ ਫਾਇਦਾ ਹੋ ਸਕੇ। तो चलिए शुरू करने हैं अपने इन्वर्टर के बारे च। ਤੇ ਇਨਵਰਟਰ ਦੇ ਅੰਦਰ ਕਿਹੜੇ-ਕਿਹੜੇ ਫਾਲਟ ਆਉਂਦੇ ਨੇ, ਉਹ ਕਿਹੜੀਆਂ ਵਜ੍ਹਾ ਹੁੰਦੀਆਂ ਨੇ, ਉਹ ਸਾਰੀ ਜਿਹੜੀਆਂ ਗੱਲਾਂ ਨੇ ਅੱਜ ਅਸੀਂ ਪੁੱਛਾਂਗੇ ਤੇ ਇਰਫਾਨ ਸਾਹਿਬ ਸਾਨੂੰ ਆਪਣੇ ਐਕਸਪੀਰੀਅੰਸ ਦੇ ਮੁਤਾਬਿਕ ਉਹਦਾ ਜਵਾਬ ਦੇਣਗੇ। ਜਿਹੜਾ ਇਹ EST ਦਾ ਜਿਹੜਾ ਆਪਸ਼ਨ ਹੈ, EST ਦਾ ਮਤਲਬ ਹੁੰਦਾ ਐਗਜ਼ਾਸਟ, ਮਤਲਬ ਉਹਦਾ ਪੱਖਾ ਬੰਦ ਹੋ ਗਿਆ। EST ਦਾ ਆਪਸ਼ਨ ਐਗਜ਼ਾਸਟ, ਜਿਹੜਾ ਇਹਦਾ ਐਗਜ਼ਾਸਟ ਹੈ, ਐਗਜ਼ਾਸਟ ਚੱਲ ਰਿਹਾ। ਅਗਰ ਇਹਦਾ ਐਗਜ਼ਾਸਟ ਬੰਦ ਹੋ ਸੀ EST ਦਾ ਆਪਸ਼ਨ ਆਵੇ ਸੀ, ਸਾਨੂੰ ਉਸ ਨੂੰ ਸੈੱਟ ਕਰਨ ਵਾਸਤੇ ਸਾਨੂੰ ਇਸ ਨੂੰ ਖੋਲਣਾ ਪਊਗੀ, ਖੋਲ ਕੇ ਰੀਸੈਟ ਕਰਸਾਂ ਸੌਰੀ पंखे ਨੂੰ कर दियो या साफ कर दियो। पक्के ਨੂੰ ਚਲਾ ਕੇ ਬਾਅਦ ਉਕਾਤ ਗ੍ਰਿਪ ਉਹਦਾ ਲੈ ਜਾਂਦਾ। ਦੋ ਤਿੰਨ ਮੇਰੇ ਕੋਲ ਇਸ ਤਰ੍ਹਾਂ ਹੋਇਆ, ਗ੍ਰਿਪ ਲੈ ਜਾਂਦਾ, ਗ੍ਰਿਪ ਲਾ ਦਿੰਦਾ, ਕੋਈ ਮਸਲਾ ਨਹੀਂ ਹੁੰਦਾ। ਉਸ ਤੋਂ ਬਾਅਦ ਨੈਕਸਟ ਆਪਸ਼ਨ ਅੱਛਾ, ਉਹਦੇ ਅੰਦਰ ਇਹ ਕਿ ਫਰਜ਼ ਕੀਤਾ ਸੀ ਜਿਹੜਾ ਇਹ 7.5 ਦੀ ਮੋਟਰ ਦੀ ਜਿਸ ਟਾਈਮ ਗੱਲ ਕਰਨੇ ਆ ਜੀ, ਉਸ ਟਾਈਮ ਪਲੇਟਾਂ ਵੀ ਸਾਡੀਆਂ ਥੋੜੀਆਂ ਲੱਗਦੀਆਂ ਜੀ ਤੇ ਮਤਲਬ वोल्टेज साढ़े नहीं पूरे हो पाते। मिसाल तो मैं 3 प्लेट की गल करना, ठीक हो गया। 15 प्लेटा तो जिस टाइम 60 बनता वो बनता तकरीबन 550 वोल्ट 450 वोल्ट जी। ਉਹਦੀ ਐਡਜਸਟਮੈਂਟ ਬੜੀ ਔਖੀ ਹੋ ਜਾਂਦੀ ਹੈ। ਉਹਨੂੰ ਅਸੀਂ ਕਿਵੇਂ ਮੱਦੇਨਜ਼ਰ ਰੱਖੀਏ ਕਿ ਉਹਦੇ ਵੋਲਟੇਜ ਵੀ ਪੂਰੇ ਰਹਿਣ, ਜਾਂ ਪਲੇਟਾਂ ਅਸੀਂ 36 ਕਰ ਦੇਈਏ ਉਹਦੀਆਂ ਜਾਂ 3 ਕਰੀਏ ਕਿ ਉਹਨੂੰ ਕਿਸ ਹਿਸਾਬ ਨਾਲ ਜਿਹੜੀ ਸੈਟਿੰਗ ਆਂਦੀ ਹੈ ਸਰ ਜੀ, मतलब ਅਸੀਂ 7.5 ਦੀ ਮੋਟਰ ਲਾਈਏ, 7.5 ਦੀ ਮੋਟਰ ਵਾਸਤੇ ਸਾਨੂੰ 3 ਪਲੇਟਾਂ ਚਾਹੀਦੀਆਂ, ਸਾਨੂੰ 15 ਦੇ 2 ਸੈੱਟ ਬਣਾਉਣੇ। ਬਾਅਦ ਉਕਾਤ ਘੱਟ ਨਹੀਂ ਜ਼ਿਆਦਾ ਜਾਣਗੇ, ਵੋਲਟੇਜ ਘਟ ਸੇ ਅੰਪੀਅਰ ਸਾਡੇ ਜਿੱਥੇ ਅਸੀਂ 7 ਦਿੰਦੇ ਸੀ ਉੱਥੇ ਸਾਡੇ 14 ਅੰਪੀਅਰ ਹੋ ਗਏ। ਹਾਂਜੀ, ਮਤਲਬ ਅੰਪੀਅਰ ਦੁੱਗਣੇ ਹੋਏ। 500 ਵੋਲਟ ਨੂੰ ਦਿਓ 14 ਨਾਲ ਜ਼ਰਾ ਉੱਥੇ ਹੀ ਆ ਜਾਣਾ। ਮਤਲਬ ਅਸੀਂ ਆਪਸ਼ਨ ਨੂੰ 75 ਤੋਂ 85 ਤੇ ਕਰ ਦੇ, 85 ਤੇ ਕਰਸਾਂ ਸਾਡਾ ਰਿਜ਼ਲਟ ਬਣ ਜਾਸੇ। ਠੀਕ, ਅੰਪੀਅਰ ਥੋੜੇ ਜਿਹਾ ਕਮ ਹੋ ਜਾਵੇ ਕੋਈ ਮਸਲਾ, ਮਤਲਬ ਵੋਲਟੇਜ ਸਾਡੇ ਡਾਊਨ ਹੋ ਰਹਾ ਹੈ ਅਸੀਂ ਉਸ ਨੂੰ ਅਪ ਕਰ ਸਕਨੇ ਹਾਂ ਤਾਂ ਕੋਈ ਮਸਲਾ ਨਹੀਂ। ਅੱਛਾ 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 ਤੇ ਜਿਸ ਟਾਈਮ ਇਨਵਰਟਰ ਨੂੰ ਔਨ ਕਰਨੇ ਆ ਤੇ ਬਾਅਦ ਔਕਾਤ PB ਆਫ ਦਾ ਫਾਲਟ ਆ ਜਾਂਦਾ, ਕੋਡ ਆ ਜਾਂਦਾ ਸਕਰੀਨ ਦੇ ਉੱਤੇ, ਉਹ ਕਿਹੜੀ ਵਜ੍ਹਾ ਤੋਂ ਆਉਂਦਾ ਹੈ ਤੇ ਉਹਨੂੰ ਠੀਕ ਕਿੱਦਾਂ ਕੀਤਾ ਜਾਂਦਾ? PB ਆਫ ਦਾ ਮਤਲਬ ਇਹ ਹੁੰਦਾ ਸਰ ਜੀ ਕਿ ਵੋਲਟੇਜ ਅਪ ਜਾਂ ਅੰਪੀਅਰ ਅਪ ਜਾਂ ਵੋਲਟੇਜ ਅਪ, कोई भी चीज मतलब वोल्टेज ज्यादा हो गए, अंपेयर ज्यादा हो गए, ਉਹਦੀ ਵਜ੍ਹਾ ਤੋਂ PB ਆਫ ਦਾ ਆਪਸ਼ਨ ਆ ਜਾਂਦਾ। ਸਾਡੇ ਕੋਲ ਇੱਕ ਗੱਲ ਥੋੜੀ ਜਿਹੀ ਮੈਨੂੰ ਦੱਸ ਦਿਓ, ਜਿਹੜੇ ਵੋਲਟ ਵਧਣੇ ਜਾਂ ਅੰਪੀਅਰ ਵਧਣੇ ਜੀ, ਉਹ ਜਿਹੜੀ ਸੋਲਰ ਦੀ ਸਟਰਿੰਗ ਦੇ ਵਧਣੇ ਨੇ ਜਾਂ ਮੋਟਰ ਜਿਹੜੀ ਢੇਰ ਲਈ ਸੀ ਉਹ? ਸੋਲਰ ਦੀ ਸਟਰਿੰਗ ਦੇ ਵਧੇ ਹੋਸੇ, ਮਤਲਬ ਜੋ ਆ ਰਹੇ ਨੇ 800 ਵੋਲਟੇਜ ਆ ਰਹੇ ਨੇ। ਅੱਛਾ ਅੱਛਾ, PB ਆਫ ਆਪਸ਼ਨ ਆ ਰਿਹਾ, ਅੰਪੀਅਰ ਬਿਲਕੁਲ ਕਮ ਆ ਰਹੇ ਹਨ। ਅਗਰ ਅੰਪੀਅਰ ਜ਼ਿਆਦਾ ਆ ਰਹੇ ਹਨ ਸਾਡੇ ਕੋਲ ਵੋਲਟੇਜ ਬਿਲਕੁਲ ਕਮ ਆ ਰਹੇ ਹਨ। ਸਾਡੇ ਕੋਲ ਇਨਵਰਟਰ ਲੱਗਾ ਹੈ 11 ਕਿਲੋਵਾਟ ਦਾ, ਠੀਕ ਹੈ। ਅਸਾਂ ਉਹਨੂੰ ਸਿਲੈਕਟ ਕਰਨਾ, ਸਟਰਿੰਗ ਸਾਡੇ ਕੋਲ ਹੈ ਕਿ 600 ਵੋਲਟ ਹੈ, ਸਾਡੇ ਕੋਲ 7 ਅੰਪੀਅਰ ਹੈ। ਉਸ ਨੂੰ ਅਸਾਂ ਸਿਲੈਕਟ ਕਰਨ ਦਾ ਸਾਡਾ ਮਕਸਦ ਇਹ
ਇਹ ਕਿ ਇਸ ਨੂੰ ਜਿਹੜਾ ਆਪਸ਼ਨ ਕੰਪਨੀ ਸੈਟਿੰਗ ਜਿਹੜੀ ਹੁੰਦੀ ਹੈ ਉਸ ਨੂੰ ਅਸਾਂ ਰੀਸੈਟ ਕਰਨਾ। ਰੀਸੈਟ ਕਰਕੇ ਉਹ ਹੁੰਦੀ ਹੈ ਤਕਰੀਬਨ ਜਿਹੜਾ 11 ਕਿਲੋਵਾਟ ਦਾ ਇਨਵਰਟਰ ਹੈ, 11 ਕਿਲੋਵਾਟ ਦਾ ਇਨਵਰਟਰ ਇਹ ਹੁੰਦਾ, ਉਹਦੇ ਵਿੱਚ ਅੰਪੀਅਰ ਹੁੰਦੇ ਨੇ 15, ਅਸਾਂ ਸਿਲੈਕਟ ਕਰਨੇ ਹੁੰਦੇ ਨੇ 7 8 ਮੈਕਸਿਮਮ 10 ਅੰਪੀਅਰ। ਮਤਲਬ ਅਸਾਂ ਇੱਕ ਸਟਰਿੰਗ ਬਣਾਉਣੀ, 5 ਦੀ ਮੋਟਰ ਚਲਾਉਣੀ, 5 ਦੀ ਮੋਟਰ ਵਾਸਤੇ ਸਾਨੂੰ ਮੈਕਸਿਮਮ ਅੰਪੀਅਰ 8 ਜਾਂ 7 ਇਤਨੇ ਵੀ ਚਾਹੀਦੇ, 6-7 ਅੰਪੀਅਰ ਲੈਂਦੀ लेकिन ਅਸੀਂ 2-3 ਅੰਪੀਅਰ ਬਾਅਦ ਸਿਲੈਕਟ ਕਰ ਦੇਣਾ। ਅਗਰ ਅਸੀਂ ਉਹ ਅੰਪੀਅਰ ਸਿਲੈਕਟ ਨਹੀਂ ਕਰਦੇ ਉਸ ਕਦੀ ਵੀ ਨਹੀਂ ਚੱਕਣਾ, ਉਹਦਾ ਆਪਸ਼ਨ PB ਆਫ ਹੀ ਆਇਆ ਰਸੀ। ਅਗਰ PB ਆਫ ਹੀ ਆਇਆ ਰਸੀ ਇਨਵਰਟਰ ਆਫ ਰਸੀ, ਇਨਵਰਟਰ ਆਨ ਨਾ ਹੋ ਸੀ। ਠੀਕ ਹੈ, ਯਾਨੀ ਇੱਕ ਮੁਖਤਸਰ ਜੇ ਤੁਸੀਂ ਦੱਸਦੇ ਹੋ ਕਿ PB ਆਫ ਨੂੰ ਠੀਕ ਕਰਨ ਵਾਸਤੇ ਕਿਹੜੇ ਅਸੀਂ ਆਪਸ਼ਨ ਜਾਵਾਂਗੇ ਤੇ ਉੱਥੇ ਕੀ ਕਰਾਂਗੇ, ਬਸ ਇੱਥੇ ਹੀ ਦੱਸ ਦਿਓ। PB ਆਫ ਦਾ ਆਪਸ਼ਨ ਵਾਸਤੇ ਪਹਿਲੇ ਮੋਟਰ ਬੰਦ ਹੁੰਦੀ, ਬਿਲਕੁਲ 0 ਨੰਬਰ ਤੇ ਹੁੰਦੀ ਹੈ। ਠੀਕ ਹੈ, ਪਹਿਲੇ ਮੋਟਰ ਆਫ ਕਰਨੀ ਹੈ, ਆਫ ਕਰ ਲਈ। ਮੋਟਰ ਆਫ ਕਰਨ ਤੋਂ ਬਾਅਦ ਅਸੀਂ ਜਾਣਾ P2 ਦੇ ਆਪਸ਼ਨ ਦੇ ਵਿੱਚ। ਠੀਕ ਹੈ, P2 ਦੇ ਆਪਸ਼ਨ 02 ਜਾਂ P2 ਦੇ ਆਪਸ਼ਨ ਦੇ ਵਿੱਚ। ਜਿਸ ਟਾਈਮ P2 ਦੇ ਆਪਸ਼ਨ ਹੈ, ਜਿਸ ਇਸ ਤੋਂ ਪਹਿਲੇ ਸਭ ਤੋਂ ਪਹਿਲੇ ਅਸੀਂ ਡਾਟਾ ਐਂਟਰ ਕਰਦੇ ਹਾਂ। ਡਾਟਾ ਐਂਟਰ ਕੀਤਾ, P2 ਆ ਗਿਆ। P2 ਤੋਂ ਬਾਅਦ ਅਸੀਂ ਡਾਟਾ ਐਂਟਰ ਕਰਨਾ। ਡਾਟਾ ਐਂਟਰ ਕਰਨ ਤੋਂ ਬਾਅਦ ਫੌਰਨ ਹੀ ਡਾਟਾ ਐਂਟਰ ਹੋ ਗਿਆ। ਉਸ ਤੋਂ ਬਾਅਦ P04 ਇੱਥੇ ਜਾਣਾ, P2 P5 P3 P4 P5 ਦੇ ਸਾਡੇ ਅੰਪੀਅਰ ਆ ਗਏ। ਇੱਥੇ ਅਸੀਂ ਸਿਲੈਕਟ ਕੀਤੇ 8 ਅੰਪੀਅਰ। ਉੱਥੇ ਜਿਸ ਟਾਈਮ ਅਗਰ ਸਾਡਾ ਇਨਵਰਟਰ ਹੈ 11 ਕਿਲੋਵਾਟ ਦਾ, ਅਸੀਂ ਸਿਲੈਕਟ ਕਰਨੇ 8 ਅੰਪੀਅਰ ਕਰਨੇ। ਹੁਣ ਸਾਨੂੰ 8 ਤੇ ਵੀ ਜਾਣਾ ਪਊ ਸੀ, ਅਸੀਂ 11 ਤੇ ਸਿਲੈਕਟ ਕਰਦੇ ਹਾਂ। ਸਾਡਾ ਇਨਵਰਟਰ 11 ਕਿਲੋਵਾਟ ਦਾ ਬਣਿਆ ਹੋਇਆ ਸੀ, ਮਤਲਬ ਉਹ 10 ਦੀ ਮੋਟਰ 7.5 ਦੀ ਮੋਟਰ ਮਿਨੀਮਮ ਜਿਹੜੀ ਹੈ ਉਹ ਤਕਰੀਬਨ 7.5 ਦੀ ਮੋਟਰ ਚਲਾਈ ਸੀ। ਅਗਰ ਅਸੀਂ 18 ਅੰਪੀਅਰ ਕਰਦੇ ਹਾਂ, ਹੁਣ ਸਾਡੀ 7.5 ਦੀ ਮੋਟਰ ਦੀ ਸੈਟਿੰਗ ਹੋਗੀ, ਚੱਲਣੀ ਹੈ ਸੁਤਨੀ ਹੈ, कारकर्दगी है सुतनी देवनी, लेकिन ऐसा सेट जितने करने ਉਹ ਦੇ ਮੁਤਾਬਿਕ ਉਸ ਦਾ ਰਿਜ਼ਲਟ ਦੇਵਣ। ਡਾਟਾ ਐਂਟਰ ਛੋਟੀ ਜਿਹੜੀ ਮੋਟਰ ਹੈ ਉਹਦੇ ਉੱਤੇ ਵੀ ਜਿਹੜਾ ਹੈ ਨਾ 8 ਦੀ ਬਜਾਏ 18 ਕਰ ਦਿਓ। 18 ਕਰ ਕੋਈ ਨਹੀਂ, ਲੇਕਿਨ ਉਹਦੇ ਅੰਦਰ ਫਾਇਦਾ ਉਹਦੀ ਕੈਪੈਸਿਟੀ ਵੱਧ ਜਾਸੀ। ਲੇਕਿਨ ਜੇ ਉਹਨੂੰ ਤੁਸੀਂ ਘਟਾ ਦੇਵਣਾ ਤੇ ਘਟਾਉਣ ਵਿੱਚ ਉਹ ਸੀ ਕਿ ਮੋਟਰ ਤੁਹਾਡੀ ਚੱਲਣੀ ਨਹੀਂ ਬਿਲਕੁਲ ਫਾਲ ਦੇ ਦੇ ਸੀ, ਕਿਉਂਕਿ ਤੁਸੀਂ ਸੈਟਿੰਗ ਘੱਟ ਦੀ PB ਆਫ ਦਾ ਆਪਸ਼ਨ ਆਵੇ ਸੀ। ਮਤਲਬ ਉਹਦੇ ਵੋਲਟੇਜ ਰੀਸੈਟ ਇਨ ਅੰਪੀਅਰ ਰੀਸੈਟ ਇਨ, ਉਹਦੇ ਵਿੱਚ ਜਿਹੜੇ ਅੰਪੀਅਰ ਸਿਲੈਕਟ ਹੋਏ ਉਹ ਵੀ ਰੀਸੈਟ ਨੇ, ਮਤਲਬ ਉਹ ਖਰਾਬ ਠੀਕ ਨਹੀਂ ਹਨ। ਸਹੀ ਸੀ। ਉਸ ਤੋਂ ਬਾਅਦ ਕੋਈ ਹੋਰ ਸਵਾਲ? ਅੱਛਾ, ਉਹਦੇ ਅੰਦਰ ਇਹ ਕਿ ਯੂ ਦਾ ਜਿਹੜਾ ਆਪਸ਼ਨ ਆ ਜਾਂਦਾ ਸਰ ਜੀ, ਯੂ ਦਾ ਆਪਸ਼ਨ ਹੁੰਦਾ ਯੂਨੀਵਰਸਲ ਅਨਵੋਲਟਡ। ਮਤਲਬ ਉਹਦੇ ਵਿੱਚ ਯੂਨੀਵਰਸਲ ਦਾ ਮਤਲਬ ਥੋੜੇ ਵੋਲਟੇਜ ਜਿਹੜੇ ਹੁੰਦੇ ਨਾ, ਮਤਲਬ 200 ਵੋਲਟੇਜ ਤੇ ਆ ਕੇ ਉਸ ਟ੍ਰਿਪ ਕਰ ਦਿੱਤਾ। ਟ੍ਰਿਪ ਕਰਨ ਤੋਂ ਬਾਅਦ ਅਸਾਂ ਟ੍ਰਿਪ ਕੱਢਣੀ ਕਿਸ ਤਰ੍ਹਾਂ, ਉਸ ਟ੍ਰਿਪ ਦਾ ਆਪਸ਼ਨ ਆ ਸੀ, ਅਸਾਂ ਰੱਤਾ ਬਟਨ ਦਬਾਉਣਾ, ਟ੍ਰਿਪ ਨਿਕਲ ਜਾਸੀ। ਅਸਾਂ ਜਾਣਾ P7 ਦੇ ਵਿੱਚ, P7 ਦੇ ਜਾਣਾ 19 ਦੇ ਵਿੱਚ, 19 ਦੇ ਵਿੱਚ ਅਸਾਂ ਯੂ ਦਾ ਆਪਸ਼ਨ ਆ ਜਾਸੇ। ਯੂ ਦਾ ਆਪਸ਼ਨ ਹੁਣ ਇੱਥੇ ਡਾਟਾ ਐਂਟਰ ਕਰਸਾਂ, ਸਾਨੂੰ ਪਤਾ ਲੱਗ ਸੀ PV ਆ ਗਿਆ। ਇਹ 43 ਤੇ ਸਾਡੀ ਮੋਟਰ ਚੱਲਦੀ ਰਹੀ। ਜਿਸ ਟਾਈਮ ਅਸਾਂ ਬੰਦ ਕੀਤਾ ਇਹ ਸਾਡਾ ਯੂ ਦਾ ਆਪਸ਼ਨ ਆਇਆ ਤਕਰੀਬਨ 42-43 ਤੇ ਫ੍ਰੀਕੁਐਂਸੀ ਆਈ। ਠੀਕ ਹੈ, ਫ੍ਰੀਕੁਐਂਸੀ ਸਿਲੈਕਟ ਹੋਈ, ਸਾਨੂੰ ਪਤਾ ਲੱਗ ਗਿਆ ਵੀ 43 ਤੇ ਆ ਕੇ ਸਾਡੀ ਜਿਹੜੀ ਮੋਟਰ ਟ੍ਰਿਪ ਕੀਤਾ, ਇਨਵਰਟਰ ਟ੍ਰਿਪ ਕੀਤਾ। ਲਿਹਾਜ਼ਾ ਸਾਡੀ ਵਜ੍ਹਾ ਇਹ ਹੈ ਕਿ 43 ਫ੍ਰੀਕੁਐਂਸੀ ਵੋਲਟੇਜ ਬਿਲਕੁਲ ਕਮ ਹਨ, ਇਸ ਟਾਈਮ ਉਸ ਟ੍ਰਿਪ ਕੀਤਾ। ਠੀਕ ਹੈ, ਅਸਾਂ ਰੀਸੈਟ ਕਰਕੇ ਉਹਨੂੰ ਟ੍ਰਿਪ ਕਰਨ ਦਾ ਮਕਸਦ ਇਹ ਹੈ ਸਾਡੀ 43.93 ਤੇ ਟ੍ਰਿਪ ਹੋਈ ਹੈ। ਦੂਸਰੀ ਗੱਲ 21 ਤੇ ਆ ਗਿਆ 5.3 ਅੰਪੀਅਰ ਸਿਲੈਕਟ ਕੀਤੇ ਹਨ। ਠੀਕ, ਯਾਨੀ 5 ਟ੍ਰਿਪ ਹੋਈ ਉਸ ਟਾਈਮ ਇਹ ਮਾਮਲਾ था 5.3 ਅੰਪੀਅਰ ਹਨ ਉਸ ਟਾਈਮ। सोलर ਦੇ ਜਿਤਨੇ ਅੰਪੀਅਰ ਆ ਰਹੇ ਹਨ 5.3 ਹਨ। ਉਸ ਤੋਂ ਬਾਅਦ P22 279 ਵੋਲਟੇਜ ਆ ਰਹੇ ਹਨ, 279 ਵੋਲਟੇਜ ਆ ਕੇ ਟ੍ਰਿਪ ਕੀਤਾ। ਉਸ ਤੋਂ ਬਾਅਦ P23 ਬਸ ਇਹ ਆਪਸ਼ਨ ਜਿਹੜਾ ਹੈ ਉਹ ਕਲੀਅਰ ਹੋ ਗਿਆ। P18 ਦੀ ਚੈੱਕ ਕਰਨੀ, P18 ਦੀ ਬੇਸ਼ੱਕ ਚੈੱਕ ਕਰ ਸਕਦੇ ਹੋ। ਉਸ ਤੋਂ ਬਾਅਦ ਕੋਈ ਹੋਰ ਕੁਐਸਚਨ? ਉਹਦੇ ਅੰਦਰ ਇਹ ਕਿ ਪਾਣੀ ਬਾਅਦ ਔਕਾਤ ਘਟਦਾ ਵੱਧਦਾ ਰਹਿੰਦਾ, ਕਦੀ ਘਟਦਾ ਕਦੀ ਵੱਧਦਾ, ਫ੍ਰੀਕੁਐਂਸੀ ਕਦੀ 35 ਤੇ ਆ ਜਾਂਦੀ ਹੈ, ਕਦੀ 42 ਤੇ ਆ ਜਾਂਦੀ ਹੈ, ਉਹਦਾ ਕੀ ਸਿਸਟਮ ਹੁੰਦਾ? ਉਹਦੇ ਸਰ ਜੀ ਪਾਣੀ ਵੱਧ ਘਟ ਦਾ ਮਕਸਦ ਇਹ ਹੁੰਦਾ ਸਾਡੀ ਫ੍ਰੀਕੁਐਂਸੀ ਸਾਡੀ ਅਪਸੈਟ ਹੈ, ਫ੍ਰੀਕੁਐਂਸੀ ਸਾਡੀ ਸਿਲੈਕਟ ਨਹੀਂ ਹੈ। ਫ੍ਰੀਕੁਐਂਸੀ ਸਿਲੈਕਟ ਕਰਨ ਵਾਸਤੇ ਸਾਨੂੰ ਆਪਸ਼ਨ ਹੈ ਜਾਣਾ ਪਊ P2। ਠੀਕ ਹੈ, P2 ਦੇ ਵਿੱਚ ਅਸਾਂ ਇੱਕ ਮਿੰਟ P2 ਦੇ ਵਿੱਚ ਜਾ ਕੇ ਉਹਦੀ ਫ੍ਰੀਕੁਐਂਸੀ ਸਿਲੈਕਟ ਕਰਸਾਂ, ਉਹਦੇ ਐਂਪੀਅਰ ਸਿਲੈਕਟ ਕਰਸਾਂ। ਅਸਾਂ ਜਿਹੜੀ ਇਨਵਰਟਰ ਦੀ ਫ੍ਰੀਕੁਐਂਸੀ ਉਹ ਸਾਨੂੰ ਜਾਣਾ ਪਊ P2 ਦੇ ਵਿੱਚ। P2 ਦੇ ਵਿੱਚ ਜਾ ਕੇ ਸਿਲੈਕਟ ਕਰਸਾਂ PB ਦੇ ਵਿੱਚ। PB ਜਸਾਂ PB ਪਹੁੰਚ ਗਿਆ ਜੀ। PB ਪਹੁੰਚਣ ਤੋਂ ਬਾਅਦ ਡਾਟਾ ਐਂਟਰ ਕੀਤਾ।
ਸਹੀ। ਡਾਟਾ ਐਂਟਰ ਕਰਨ ਤੋਂ ਬਾਅਦ PB00 ਆ ਗਿਆ। ਨੈਕਸਟ ਕਿਹੜੇ ਨੰਬਰ ਜਾਣਾ? PB5 ਦੇ ਵਿੱਚ ਜਾਣਾ। ਅੱਛਾ PB5 ਇਹਦੇ ਸਿਲੈਕਟ ਅਸਾਂ ਕੀਤੇ ਹੋਏ 50। ਅਗਰ ਅਸੀਂ 50 ਤੋਂ ਹੇਠਾਂ 15 ਸਿਲੈਕਟ ਕਰਨੇ ਆ, ਮੁੜ ਸਾਨੂੰ PB4 ਦੀ ਸੈਟਿੰਗ ਜਿਹੜੀ ਅਸੀਂ ਕੀਤੀ ਹੋਈ ਹੈ, ਮੁੜ ਸਾਨੂੰ ਉਹ ਸੈਟਿੰਗ ਛੇੜਨੀ ਪਊਗੀ। ਅਗਰ ਅਸੀਂ PB5 ਦੀ ਸੈਟਿੰਗ ਜਿਹੜੀ ਹੈ 10 ਕਰਦੇ ਆ, 50 ਜਗ੍ਹਾ ਤੇ 10 ਸਿਲੈਕਟ ਕਰੇ ਨੇ, ਸਾਨੂੰ ਉਹਦੀ ਸੈਟਿੰਗ ਛੇੜਨੀ ਪਊਗੀ। ਉਸ ਤੋਂ ਬਾਅਦ ਬਿਹਤਰ ਹੈ ਕਿ 50 ਸਿਲੈਕਟ ਕਰੇ ਸੋ ਸਾਡਾ ਬਿਲਕੁਲ ਇਕੁਅਲ ਹੋ ਜਾਸੀ, ਕੋਈ ਮਸਲਾ ਨਾ ਸੀ। ਉਸ ਤੋਂ ਬਾਅਦ PB6 ਹੈ, PB6 ਦੇ ਵਿੱਚ 1 ਕੀਤਾ ਹੁੰਦਾ, ਬਸ ਅਗਰ 3 ਫੇਜ਼ ਵੋਲਟੇਜ ਇਨ ਨਹੀਂ ਕਰ ਰਹੇ, ਅਸੀਂ ਇਸ ਨੂੰ ਇੱਕ ਵਾਰ ਠੀਕ ਹੈ। PB7 130 PB7 130 ਦੇ ਵੋਲਟੇਜ ਹੁੰਦੇ ਨੇ, ਉਹ ਮਤਲਬ ਮਕਸਦ ਪੂਰਾ ਹੋ ਗਿਆ। ਯਾਨੀ ਉਹ ਪਾਣੀ ਘਾਟ ਵੱਧ ਜਿਹੜਾ ਉਹ ਖਤਮ ਕਿਵੇਂ ਕਰਨਾ ਹੈ, ਉਹਦਾ ਸਿਲੈਕਟ ਖਤਮ ਕਰਨ ਦਾ ਇਹ ਤਰੀਕਾ PB ਜਾਣਾ, PB ਜਾ ਕੇ PB5 ਸਾਨੂੰ ਪਤਾ ਚੱਲੇ ਵੀ PB5 ਦੇ 50 ਹੈ, ਸਾਡਾ ਇਹਦਾ ਦੂਸਰਾ ਜਿਹੜਾ ਕੋਡ ਹੈ ਬਿਲਕੁਲ ਓਕੇ। ਹੁਣ ਅਸੀਂ ਜਾਵਣਾ ਸਾ ਕੋਈ ਹੋਰ ਮਸਲਾ ਕੀ ਹੋ ਸੀ ਤੇ ਤਾਂ ਉਹ ਪਾਣੀ ਮਸਲਾ ਕਰ। ਹਾਂ ਅਸੀਂ ਉਹ ਤੋਂ PB4 ਦੇ ਵਿੱਚ ਅਸੀਂ 85 ਸਿਲੈਕਟ ਕੀਤਾ। ਇਹਦੇ ਪਾਣੀ ਹੇਠਾਂ ਉਤਾਂ ਮਤਲਬ ਫ੍ਰੀਕੁਐਂਸੀ ਜਿਹੜੀ ਸਾਡੀ ਚੱਲਦੀ ਪਈ ਉਹ ਸੀ 39 40 41 42 43 ਇੱਥੇ ਚੱਲਦੀ ਪਈ। ਮਤਲਬ ਉਹ 3 ਆਪਸ਼ਨ 4 ਆਪਸ਼ਨ ਤੇ ਅਪ ਡਾਊਨ ਰੀਸੈਟ ਹੋ ਜਾਸੀ। ਅਸੀਂ ਉਸ ਨੂੰ ਵੇਖਣਾ ਵੀ ਸਾਡੀ ਸਟ੍ਰਿੰਗ ਬਣੀ ਹੋਈ ਇੱਕ, ਸਾਡੇ ਐਂਪੀਅਰ ਸਟ੍ਰਿੰਗ ਹੀ ਇੱਕ, ਸਾਡੇ ਵੋਲਟੇਜ ਇਤਨੇ, ਅਸੀਂ ਉਸ ਨੂੰ ਸਿਲੈਕਟ ਕਰਨੇ 70 ਦੀ ਰੇਂਜ ਵਿੱਚ। ਮਤਲਬ 70 ਕਰ ਦਿੱਤਾ, ਥੋੜਾ ਜਿਹਾ ਪਾਣੀ ਕਮ ਹੋ ਜਾਏ। ਅਗਰ 70 ਰਿਹਾ ਸੀ 75 ਕਰ ਦਿੱਤਾ, ਪਾਣੀ ਬਿਲਕੁਲ ਸਾਡਾ ਓਕੇ ਹੋ ਸੀ। ਠੀਕ ਲੈ ਅਸੀਂ 75 ਨੂੰ ਸਿਲੈਕਟ ਕਰਦੇ ਹਾਂ। ਠੀਕ 75 ਸਿਲੈਕਟ ਹੋ ਗਿਆ। ਠੀਕ ਹੈ ਹੁਣ ਬਿਲਕੁਲ ਜੀ ਪਾਣੀ ਥੋੜਾ ਜਿਹਾ ਵਧਾ ਦੇ ਵੀ, ਪਾਣੀ ਵਧਾ ਦੇ ਵੀ ਠੀਕ ਹੈ। ਉਹ ਇਹ ਹੁੰਦਾ ਸਿਸਟਮ। ਪਾਣੀ ਵਧਾਉਣ ਦਾ ਤਰੀਕਾ ਸਰ ਜੀ ਇਹ ਹੁੰਦਾ PB4 ਹੈ 75 ਹੈ। ਅਗਰ ਅਸੀਂ ਸਿਲੈਕਟ ਕੀਤਾ ਹੈ 70 ਦੇ ਵਿੱਚ ਸਾਡੇ ਵੋਲਟੇਜ ਬਿਲਕੁਲ ਕਮ ਆ ਰਹਾ ਹੈ। PB4 ਦੀ ਮਕਸਦ ਇਹ ਹੈ ਕਿ ਅਸਾਂ ਐਂਪੀਅਰ ਉਸ ਨੂੰ ਵਧਾ ਕੇ ਦੇਵਣੇ, ਵੋਲਟੇਜ ਵਧਾ ਕੇ ਦੇਵਣੇ, ਕੀ ਚੀਜ਼ ਵਧਾ ਕੇ ਦੇਵਣੀ ਹੈ, ਸਾਡਾ ਇਨਵਰਟਰ ਸੈੱਟ ਹੋ ਕੇ ਚੱਲੇ, ਸਾਡਾ ਪਾਣੀ ਹੈ ਬਿਹਤਰੀਨ ਰਿਜ਼ਲਟ ਦੇਵੇ। ਅਸੀਂ 70 ਸਿਲੈਕਟ ਕੀਤਾ, ਵੋਲਟੇਜ ਬਿਲਕੁਲ ਕਮ ਹੈ, ਅਸੀਂ ਆਦੇ ਹੁਣ ਇਹਨੂੰ ਵੋਲਟੇਜ ਥੋੜੇ ਜਿਹਾ ਵਧਾ ਕੇ ਦੇਵੀਏ ताकि साडा जेड़ा रिजल्ट बेहतर बन जाए। असं ना कर देने 75 साढ़े वोल्टेज अप हो गए, जिस टाइम अस 80 करना साढ़े वोल्टेज होर अप हो गए, 85 करना वोल्टेज साढ़े होर अप हो गए। यानी 70 तो 75 करने 75 तो 80 करने वोल्टेज वध से जी, एम्पेयर घट से जी इनो सी साढ़े वोल्टेज ढेर होवे जी, ते असि एम्पेयर वधावने डाउन करना जेडी इस PB4 नु डाउन करना, डाउन करसा साढ़े एम्पेयर बिल्कुल कम हो जासे। अगर अस ज्यादा करसा वोल्टेज ज्यादा हो जासे, मतलब इन अप डाउन करन दा 75 नु 80 करसा वोल्टेज बढ़ जासे, एम्पेयर घट जासे। तो ये 75 नु 70 करसा वोल्टेज घट जासे, एम्पेयर बढ़ जासे। ठीक हो गया, ठीक। नेक्स्ट ऑप्शन पे अच्छा ਇਹਦੇ ਅੰਦਰ ਇਹ ਕਿ ਇਨਵਰਟਰ ਟ੍ਰਿਪ ਕਿ ਹੋ ਜਾਂਦਾ ਹੈ, ਔਨ ਕੀਤਾ ਥੋੜੀ ਦੇਰ ਚੱਲਿਆ 10 ਸਕਿੰਟ ਮੋਟਰ ਠੀਕ ਹੈ ਚੱਲਦਾ ਮੋਟਰ ਹੋ ਜਾਂਦਾ। ਇਹਦੇ ਵਿੱਚ ਟ੍ਰਿਪ ਕਰਨ ਦਾ ਤਰੀਕਾ ਇਹ ਸਾਡੇ ਕੋਲ ਫ੍ਰੀਕੁਐਂਸੀ ਜਿਹੜੀ ਸਿਲੈਕਟ ਨਹੀਂ ਹੋਈ, ਅਸੀਂ 50 ਹਰਟਜ਼ ਫ੍ਰੀਕੁਐਂਸੀ ਸਿਲੈਕਟ ਕਰਨੇ ਆ, ਸਾਡੇ ਕੋਲ ਸਿਲੈਕਟ ਨਹੀਂ ਹੋਈ। ਉਹ ਫ੍ਰੀਕੁਐਂਸੀ ਦਾ ਕਿਸ ਆਪਸ਼ਨ ਵਿੱਚ ਹੁੰਦੀ ਹੈ, ਫ੍ਰੀਕੁਐਂਸੀ ਹੁੰਦੀ ਹੈ ਅਸੀਂ ਸਿਲੈਕਟ ਕਰਨੇ ਆ ਤਕਰੀਬਨ 00 ਕਰ ਦੇਣਾ। ਠੀਕ ਹੈ, ਇੱਥੇ 00 ਕੀਤਾ, ਹੁਣ ਟ੍ਰਿਪ ਕਰੇ ਸੀ। ਹੁਣ ਇਹ ਤੁਹਾਨੂੰ ਥੋੜਾ ਜਿਹਾ ਐਗਜ਼ਾਮਪਲ ਦੇ ਨਾਲ ਦੱਸ ਦੇਣਾ ਮੈਂ ट्रिप क्यों करेंदी है, ट्रिप के वजह तो करेंदी बाजू का था ट्रिप करके यू ਦਾ ਆਪਸ਼ਨ ਹੋ ਗਿਆ। ਹੁਣ ਅਗਰ ਅਸੀਂ ਯੂ ਦਾ ਆਪਸ਼ਨ ਹਟਾਉਣਾ ਸਾਨੂੰ P7 ਦੇ ਵਿੱਚ ਜਾ ਕੇ P9 19 ਦੇ ਵਿੱਚ ਜਾਣਾ ਪਊ ਸੀ। ਉਹਦੇ ਵਿੱਚ ਸੈਟਿੰਗ ਸਾਨੂੰ ਪਤਾ ਲੱਗ ਸੀ ਸਾਡੀ ਕਿਤਨੀ ਦੇ ਕਿਤਨੇ ਫ੍ਰੀਕੁਐਂਸੀ ਹੈ, ਕਿਤਨੇ ਵੋਲਟੇਜ ਤੇ ਟ੍ਰਿਪ ਹੋਈ, ਕਿਤਨੇ ਵੋਲਟੇਜ ਤੇ ਟ੍ਰਿਪ ਹੋਈ, ਕਿਤਨੇ ਤੇ ਅਪ ਹੋਈ, ਸਾਡੇ ਐਂਪੀਅਰ ਕਿਤਨੇ ਹਨ, ਉਸ ਟਾਈਮ ਵੋਲਟੇਜ ਕਿਤਨੇ, ਸਭ ਕੁਝ ਉਸ ਆਪਸ਼ਨ ਵਿੱਚ ਦੱਸਦੇ P7 ਦੇ। ਅਸੀਂ ਹੁਣ ਟ੍ਰਿਪ ਕਰਨੀ, ਰੱਤੇ ਬਟਨ ਦਬਾਇਆ, ਟ੍ਰਿਪ ਨਿਕਲ ਗਈ। ਟ੍ਰਿਪ ਨਿਕਲੀ, ਅਸੀਂ ਹੁਣ ਇਹਦੀ ਕਿਸ ਵਾਸਤੇ ਇਹਦੀ ਟ੍ਰਿਪ ਹੀ ਨਿਕਲੇ ਚੱਲੇ ਵੀ ਸਹੀ, ਅਸੀਂ ਸਿਲੈਕਟ ਕਰਨੀ PB ਦੇ ਆਪਸ਼ਨ ਜਾ ਕੇ ਇਸ ਨੂੰ P5 ਵਿੱਚ ਜਾਣਾ, P5 ਵਿੱਚ ਜਾ ਕੇ ਅਸੀਂ 50 ਸਿਲੈਕਟ ਕਰਨਾ। ਇਸ ਨੇ 50 ਸਿਲੈਕਟ ਕਰਸਾਂ ਸਾਡੀ ਮੋਟਰ ਜੀ ਸੈਟਿੰਗ ਬਿਲਕੁਲ ਓਕੇ ਹੋ ਜਾਸੇ, ਯੂ ਦਾ ਆਪਸ਼ਨ ਹਟ ਜਾਸੇ। ਉਸ ਤੋਂ ਬਾਅਦ ਕੋਈ ਨੈਕਸਟ ਕੁਐਸਚਨ।